ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਅਧੀਨ ਵਿਸ਼ਾ ਆਨੰਦ ਬਨੋਦੀ ਖਸਮ ਹਮਾਰਾ। ਇਹ ਵੀ ਲਾਜ਼ਮੀ ਹੈ ਕਿ ਹਰ ਇਨਸਾਨ ਵਾਸਤੇ ਕਿ ਉਹ ਸਤਿਗੁਰੂ ਦੇ ਲੜ ਲੱਗ ਕੇ ਸਤਿਗੁਰੂ ਦੀ ਪਿੱਤਰ ਬਾਣੀ ਅਨੁਸਾਰ ਜੀਵਨ ਜੀ ਕੇ ਇਸ ਆਨੰਦ ਬਨੋਦੀ ਖਸਮ ਹਮਾਰਾ ਜੋ ਪਰਮਾਤਮਾ ਹੈ ਉਹਦੇ ਨਾਲ ਇਕਮਿਕਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇ, ਉਹਦੇ ਨਾਲ ਸਾਂਝ ਪਾਵੇ, ਉਹਦੇ ਬਾਰੇ ਗਿਆਨ ਪ੍ਰਾਪਤ ਕਰੇ ਅਤੇ ਉਸ ਗਿਆਨ ਦੀ ਰੋਸ਼ਨੀ ਵਿੱਚ ਉਸ ਰੱਬ ਦੀ ਰਜ਼ਾ ਵਿੱਚ ਜੀਵਨ ਗੁਜ਼ਾਰੇ, ਤਾਂ ਹੀ ਉਹਦਾ ਜੀਵਨ ਸਫਲ ਹੈ। ਤੋ ਇਸੇ ਵਾਸਤੇ ਇਸ ਸ਼ਬਦ ਦੀ ਜਿਹੜੀ ਬਾਕੀ ਪੰਕਤੀਆਂ ਉਹਦੇ ਵਿੱਚ ਸਮਝਾ ਰਹੇ ਨੇ ਕਿ ਦੁੱਖ ਘਣੋ ਜਬ ਹੋਤੇ ਦੂਰ। ਜਦੋਂ ਪਰਮਾਤਮਾ ਦੂਰ ਮਹਿਸੂਸ ਹੁੰਦਾ ਸੀ ਉਦੋਂ ਬੜਾ ਦੁੱਖ ਸੀ, ਸੰਸਾਰੀ ਮੋਹ ਮਾਇਆ ਹਉਮੈ ਆਦਿ ਰੋਗਾਂ ਦਾ। ਅਬ ਮਸਰਤ ਮੋਹੀ ਮਿਲੀ ਹਦੂਰ। ਹੁਣ ਜਦੋਂ ਮੈਨੂੰ ਪਰਮਾਤਮਾ ਦੇ ਮਿਲਾਪ ਦੀ ਅਵਸਥਾ ਪ੍ਰਾਪਤ ਹੋਈ, ਨਿਕਟ ਆਣ ਪ੍ਰਿਆ ਸੇਜ ਧਰੀ। ਜਦੋਂ ਉਸ ਪਰਮਾਤਮਾ ਪਤੀ ਨੇ ਮੈਨੂੰ ਆਪਣੀ ਸੇਜ ਦੇ ਭਾਵ ਆਪਣੇ ਉਸ ਸਰਵ ਵਿਆਪਕ ਜੋਤ ਵਿੱਚ ਆ ਟਿਕਾਇਆ, ਕਾਣ ਕੱਢਣ 'ਤੇ ਛੂਟ ਪਰੀ। ਹੁਣ ਮੈਨੂੰ ਕਿਸੇ ਦੀ ਕੋਈ ਕਾਣ ਨਾ ਰਹੀ, ਕਿਉਂਕਿ ਮੈਨੂੰ ਪ੍ਰਭੂ 'ਤੇ ਭਰੋਸਾ ਹੋ ਗਿਆ ਕਿ ਸਭ ਕਰਨ ਕਾਰਨ ਸਮਰੱਥ ਉਹ ਪ੍ਰਭੂ ਏਕ ਹੈ, ਸੁੱਖ ਦੁੱਖ ਦਾ ਮਾਲਕ ਵੀ ਉਹ ਏਕ ਹੈ। ਫਿਰ ਮੈਂ ਕਿਸੇ ਹੋਰ ਅੱਗੇ ਜਾ ਕੇ ਤਰਲੇ ਕਾਹਦੇ ਲਈ ਕੱਢਦੀ ਫਿਰਾਂ, ਇਹ ਮੇਰੀ ਆਤਮਾ ਨੂੰ ਹੁਣ ਲੋੜ ਨਹੀਂ ਰਹੀ। ਮੰਦਰ ਮੇਰਾ ਸ਼ਬਦ ਉਜਾਰਾ, ਆਨੰਦ ਬਨੋਦੀ ਖਸਮ ਹਮਾਰਾ। ਮੇਰੇ ਹਿਰਦੇ ਰੂਪੀ ਇਸ ਘਰ ਵਿੱਚ, ਇਸ ਮੰਦਰ ਵਿੱਚ ਸ਼ਬਦ ਦਾ ਉਜਾਲਾ ਹੋ ਗਿਆ। ਸ਼ਬਦ ਦੇ ਰਾਹੀਂ ਮੁਕੰਮਲ ਗਿਆਨ ਹੋ ਗਿਆ। ਪਰਮਾਤਮਾ ਦੇ ਬਾਰੇ, ਜੀਵਨ ਜਾਚ ਦੇ ਬਾਰੇ ਚੰਗੀ ਤਰ੍ਹਾਂ ਸਮਝ ਆ ਗਈ ਅਤੇ ਮੈਨੂੰ ਇਹ ਸਾਹਮਣੇ ਦਿਸ ਪਿਆ ਕਿ ਉਹ ਪਰਮਾਤਮਾ ਮੇਰਾ ਆਨੰਦ ਬਨੋਦੀ ਖਸਮ ਹਮਾਰਾ, ਉਹ ਆਨੰਦ ਦਾ ਦਾਤਾ ਹੈ, ਆਨੰਦ ਦਾ ਸੋਮਾ ਹੈ। ਕਈ ਤਰ੍ਹਾਂ ਦੇ ਭੌਤਿਕ ਸੰਸਾਰ 'ਤੇ ਕਰਦਾ ਹੈ ਔਰ ਸੰਸਾਰ ਦੀ ਸੰਭਾਲ ਕਰਦਾ ਹੈ। ਅਤੇ ਉਹ ਪਰਮਾਤਮਾ ਜਿਹੜਾ ਮੈਂ ਹੁਣ ਉਹਦੇ ਵਿੱਚ ਇੱਕ ਰਸ ਲੀਨ ਹਾਂ। ਮਸਤਕ ਭਾਗ ਮੈਂ ਫਿਰ ਘਰ ਆਇਆ। ਹੁਣ ਮਾਨੋ ਕਿ ਮੇਰਾ ਪਰਮਾਤਮਾ ਮੇਰੇ ਹਿਰਦੇ ਘਰ ਵਿੱਚ ਆ ਵਸਿਆ ਹੈ। ਵਸਦਾ ਤੋਂ ਪਹਿਲਾਂ ਵੀ ਸੀ, ਮਤਲਬ ਮੈਨੂੰ ਅਹਿਸਾਸ ਨਹੀਂ ਸੀ। ਤੋ ਜਦੋਂ ਵੀ ਗੁਰਬਾਣੀ ਕਿਤੇ ਇਹ ਆਉਂਦਾ ਹੈ ਪਰਮਾਤਮਾ ਆ ਵਸਿਆ, ਉਹਦੇ ਨਾਲ ਮੇਲ ਹੋਏ, ਤਾਂ ਮਤਲਬ ਇਹ ਨਹੀਂ ਕਿ ਕੁਦੇ ਵਿਛੜਿਆ ਹੁੰਦਾ ਹੈ ਸਰੀਰਾਂ ਨਾਲੋਂ, ਸਾਡੇ ਨਾਲੋਂ। ਉਹ ਅੰਗ ਸੰਗ ਹੁੰਦਾ ਹੈ। ਉਹ ਜਿਹੜੇ ਨਹੀਂ ਯਾਦ ਕਰਦੇ ਉਹਨਾਂ ਦੇ ਵਿੱਚ ਵੀ ਮੌਜੂਦ ਹੈ, ਲੇਕਿਨ ਉਸ ਦੇ ਅਹਿਸਾਸ ਤੋਂ ਬਿਨਾਂ ਜਿਹੜਾ ਜੀਵਨ ਹੈ ਉਹ ਇਸੇ ਸਮਾਨ ਹੈ ਕਿ ਜਿਵੇਂ ਉਸਦੇ ਉਹ ਕਦੇ ਦੇਖਿਆ ਹੀ ਨਹੀਂ, ਉਹ ਨੇੜੇ ਹੈ ਹੀ ਨਹੀਂ, ਉਹ ਬਹੁਤ ਦੂਰ ਹੈ। ਕਿਉਂਕਿ ਉਹਦਾ ਲਾਭ ਨਹੀਂ ਅਸੀਂ ਲੈ ਸਕਦੇ, ਉਹਦੇ ਅੰਗ ਸੰਗ ਹੁੰਦੇ ਵੀ ਅਸੀਂ ਉਹਦਾ ਕੋਈ ਲਾਭ ਨਹੀਂ ਲੈ ਸਕਦੇ। ਉਹਦੀ ਹੋਂਦ ਦਾ ਵਿਕਾਰਾਂ ਵਿੱਚ ਗਰਸੇ ਰਹਿੰਦੇ ਹਾਂ, ਹਉਮੈ ਵਿੱਚ ਗਰਸੇ ਰਹਿੰਦੇ ਹਾਂ। ਇਸ ਵਾਸਤੇ ਮਸਤਕ ਭਾਗ ਮੈਂ ਫਿਰ ਘਰ ਆਇਆ ਤੋਂ ਮਤਲਬ ਇਹ ਹੈ ਕਿ ਪਰਮਾਤਮਾ ਦਾ ਅਹਿਸਾਸ, ਉਹਦੀ ਹਾਜ਼ਰ ਨਾਜ਼ਰਤਾ ਦਾ, ਉਹਦੀ ਭੈ ਪਾਵਨੀ ਦੀ, ਉਹਦੀ ਰਜ਼ਾ ਦਾ ਇਹ ਅਹਿਸਾਸ ਜਾਗ ਪਿਆ ਮਨ ਵਿੱਚ। ਇਹ ਗਿਆਨ ਪ੍ਰਕਾਸ਼ ਹੋ ਗਿਆ। ਫਿਰ ਸੁਹਾਗ ਨਾਨਕ ਜਨਮ ਪਾਇਆ। ਅਤੇ ਹੁਣ ਇਹ ਇੱਕ ਐਸਾ ਸੁਹਾਗ ਹੈ, ਐਸਾ ਮੇਰਾ ਮਾਲਕ ਖਸਮ ਹੈ ਜਿਹੜਾ ਸਦਾ ਵਾਸਤੇ ਸਥਿਰ ਹੈ, ਕਦੇ ਇਹ ਸਿਰੋਂ ਟਲਦਾ ਨਹੀਂ, ਸਦਾ ਵਾਸਤੇ ਕਾਇਮ ਹੈ। ਉਹ ਮਾਲਕ ਜਿਹੜਾ ਆਦਿ ਸੱਚ ਜੁਗਾਦ ਸੱਚ ਹੈ, ਵੀ ਸੱਚ ਨਾਨਕ ਹੋਸੀ ਵੀ ਸੱਚ ਹੈ, ਉਹ ਮਾਲਕ ਮੇਰਾ ਬਣ ਗਿਆ। ਹੁਣ ਇੱਥੇ ਸਵਾਲ ਇਹ ਵੀ, ਕਈ ਲੋਕ ਕਹਿੰਦੇ ਨੇ ਜੀ ਪਰਮਾਤਮਾ ਦੇ ਦਰਸ਼ਨ ਹੋਣ ਦੀ ਕੀ ਪਤਾ ਲੱਗਦਾ ਜੀ? ਕਿਸੇ ਨੂੰ ਦਰਸ਼ਨ, ਕੋਈ ਪ੍ਰਭੂ ਦਾ ਅਨੁਭਵ ਕਰ ਰਿਹਾ, ਉਹਦੇ ਗਿਆਨ ਵਿੱਚ ਹੈ, ਇਹ ਕਿਸ ਤਰ੍ਹਾਂ ਪਤਾ ਲੱਗਦਾ? ਇਹ ਗੁਰਬਾਣੀ ਵਿੱਚ ਬੇਅੰਤ ਸ਼ਬਦ ਐਸੇ ਮਿਲਦੇ ਨੇ ਜਿਹੜੇ ਇਹ ਦ੍ਰਿੜ ਕਰਾਉਂਦੇ ਨੇ ਕਿ ਪ੍ਰਭੂ ਮਿਲਾਪ ਤੋਂ ਬਾਅਦ ਜੀਵਨ ਵਿੱਚ ਕਿਸ ਕਿਸਮ ਦੀ ਤਬਦੀਲੀ ਆਉਣੀ ਜ਼ਰੂਰੀ, ਆਤਮਕ ਅਵਸਥਾ ਦੇ ਵਿੱਚ, ਮਾਨਸਿਕ ਸੋਚ ਦੇ ਵਿੱਚ। ਕਬੀਰ ਜੀ ਕਹਿੰਦੇ ਨੇ, ਕਬੀਰ ਗੂੰਗਾ ਹੁਆ ਬਾਂਵਰਾ ਬਹਿਰਾ ਹੁਆ ਕਾਣ। ਜਦੋਂ ਤੋਂ ਪ੍ਰਭੂ ਦੀ ਪ੍ਰਾਪਤੀ ਹੋਈ ਮੈਂ ਜ਼ੁਬਾਨ ਤੋਂ ਗੂੰਗਾ ਹੋ ਗਿਆ, ਭਾਵ ਇਹ ਜ਼ੁਬਾਨ ਹੁਣ ਮਾੜੇ ਬੋਲ ਨਹੀਂ ਬੋਲਦੀ, ਇਹ ਨਿੰਦਿਆ ਚੁਗਲੀ ਨਹੀਂ ਕਰਦੀ। ਬਾਂਵਰਾ ਗੂੰਗਾ ਹੁਆ ਬਾਂਵਰਾ, ਗੂੰਗਾ ਬਾਂਵਰਾ ਹੋ ਗਿਆ ਹੈ ਇਹ ਮੇਰਾ ਜੀਵਨ ਜਿਹੜਾ ਉਸ ਪਾਸੋਂ, ਸੰਸਾਰ ਦੇ ਪਾਸੋਂ। ਬਹਿਰਾ ਹੁਆ ਕਾਣ, ਅਤੇ ਮੇਰੇ ਕੰਨ ਵੀ ਮਾਨੋ ਬਹਿਰੇ ਹੋ ਗਏ। ਹੁਣ ਕਿਸੇ ਦੀ ਨਿੰਦਿਆ ਸੁਣ ਕੇ, ਕਿਸੇ ਦੀ ਆਪਣੀ ਉਸ ਤੋਂ ਸੁਣ ਕੇ ਖੁਸ਼ ਨਹੀਂ ਹੁੰਦੇ, ਇਸ ਨਿੰਦਿਆ ਉਸ ਤੋਂ ਉੱਪਰ ਉੱਠ ਗਏ ਹਨ। ਪਾਉਂ ਤੇ ਪਿੰਗੁਲ ਵਿਹਾ ਮਾਰਿਆ ਸਤਿਗੁਰੂ ਬਾਣੋ। ਪੈਰਾਂ ਤੋਂ ਵੀ ਮਾਨੋ ਮੈਂ ਕੋੜਾ ਹੋ ਗਿਆ। ਇਹ ਪੈਰ ਜਿਹੜੇ ਸ਼ਰਾਬ ਦੇ ਠੇਕੇ ਵਾਲੇ ਪਾਸੇ ਦੌੜਦੇ ਸਨ, ਚੁਗਲੀ ਨਿੰਦਿਆ ਬੁਰਾਈਆਂ ਵਾਸਤੇ, ਦੁਨੀਆ ਦਾ ਬੁਰਾ ਮੰਗਣ ਵਾਸਤੇ, ਜਾਂ ਭੈੜੇ ਐਬਾਂ ਦੇ ਪਿੱਛੇ ਇਹ ਪੈਰ ਤੁਰ ਪੈਂਦੇ ਸਨ ਉੱਠ ਕੇ ਮਾੜੀ ਸੰਗਤ ਲਈ। ਇਹ ਹੁਣ ਉਸ ਪਾਸੇ ਨਹੀਂ ਜਾਂਦੇ, ਉੱਧਰੋਂ ਇਹ ਪੈਰ ਮਾਨੋ ਲੂਲੇ ਹੋ ਗਏ ਹਨ। ਕਬੀਰ ਸਤਿਗੁਰ ਸੁਰ ਮੈਂ ਬਾਹਿਆ ਬਾਣ ਜੋ ਏਕ, ਲਾਗਤੀ ਪੁਇ ਗਿਰ ਪਰਿਆ ਪਰਾ ਕਰੇ ਜੀ ਛੇਕ। ਇਹ ਜਿਹੜਾ ਮਨ ਦੌੜਿਆ ਭੱਜਿਆ ਭਟਕਦਾ ਫਿਰਦਾ ਸੀ, ਥਾਂ ਥਾਂ 'ਤੇ ਧੱਕੇ ਖਾਂਦਾ ਫਿਰਦਾ ਸੀ, ਇਹ ਜਦੋਂ ਸਤਿਗੁਰੂ ਸੂਰਮੇ ਨੇ ਇੱਕ ਅਣਿਆਲਾ ਤੀਰ ਗੁਰਬਾਣੀ ਦਾ ਮੈਨੂੰ ਤਾਣਿਆ ਮੇਰੇ ਵੱਲ, ਗੁਰਬਾਣੀ ਦਾ ਗਿਆਨ ਜਦੋਂ ਮੇਰੇ ਮਨ 'ਚ ਦਾ ਤੀਰ ਵੱਜਿਆ, ਕਬੀਰ ਸਤਿਗੁਰੂ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਪੁਰ ਗਿਰ ਪਰਿਆ। ਗੁਰਬਾਣੀ ਦੇ ਜਦੋਂ ਅਣਿਆਲੇ ਤੀਰ ਮੈਨੂੰ ਲੱਗੇ ਗਿਆਨ ਦੇ, ਤਾਂ ਇਹ ਲਾਗਤ ਹੀ ਪੁਈ ਗਿਰ ਪਰਿਆ। ਇਹ ਮਨ ਮਾਨੋ ਆਪਣੀ ਹਾਰ ਮੰਨ ਕੇ ਧਰਤੀ 'ਤੇ ਡਿੱਗ ਪਿਆ ਜ਼ਖਮੀ ਹੋ ਕੇ, ਪਰਾ ਕਰੇਜੇ ਛੇਕ।
ਕਿ ਉਸ ਕਲੇਜੇ ਵਿੱਚ ਛੇਕ ਹੋ ਗਿਆ, ਜਿਹੜਾ ਕਲੇਜਾ, ਜਿਹੜੀ ਸੋਚ, ਜਿਹੜੀ ਵਿਚਾਰ ਮੇਰੀ ਮੋਹ ਮਾਇਆ ਵਾਲੇ ਪਾਸੇ ਮੈਨੂੰ ਖਿੱਚਦੀ ਸੀ, ਵਿਕਾਰਾਂ ਵਾਲੇ ਪਾਸੋਂ ਖਿੱਚਦੀ ਸੀ, ਮੇਰਾ ਜੀਵਨ ਤਬਦੀਲ ਹੋ ਗਿਆ। ਹੁਣ ਸੁਰਤੀ ਬਿਰਤੀ ਬਦਲੀ ਹੈ। ਮੋਹ ਮਲਨ ਨੀਂਦ ਤੇ ਛੁਟਕੀ ਕੌਣ ਅਨੁਗ੍ਰਹਿ ਪਿਓਰੀ। ਇਹ ਕਿਹੜਾ ਅਨੁਗ੍ਰਹਿ ਪਿਆ, ਮਤਲਬ ਇਹ ਕਿਹੜੀ ਮਿਹਰ ਹੋ ਗਈ ਮੇਰੇ ਉੱਤੇ ਕਿ ਮੋਹ ਮਲਨ ਨੀਂਦ ਤੇ ਛੁਟਕੀ। ਹੁਣ ਮੇਰੀ ਨੀਂਦ, ਮੇਰੀ ਮੋਹ ਦੀ ਜਿਹੜੀ ਨੀਂਦ ਸੀ, ਵਿਕਾਰਾਂ ਵਾਲੇ ਪਾਸੇ ਫਸੇ ਰਹਿਣ ਦੀ ਜਿਹੜੀ ਗਫਲਤ ਦੀ ਨੀਂਦ ਸੀ, ਉਹ ਮੇਰੀ ਖਤਮ ਹੋ ਗਈ, ਉਦਮ ਹੋ ਗਿਆ, ਮੈਂ ਸੁਚੇਤ ਹੋ ਗਿਆ। ਮਹਾ ਮੋਹ ਨੀ ਤੁਧ ਨਾ ਵਿਆਪੈ। ਉਹ ਭਾਈ ਤੈਨੂੰ ਹੁਣ ਉਹ ਮਾਇਆ ਮੋਹ ਜਿਹੜੀ ਮੋਹਣ ਵਾਲੀ ਸੀ ਉਹ ਨਹੀਂ ਵਿਆਪਦੀ। ਹੁਣ ਮਾਇਆ ਦੀ ਚੱਕਾ ਚੋਣ ਮਨ ਨੂੰ ਖਿੱਚ ਨਹੀਂ ਪਾਉਂਦੀ, ਕਿਉਂਕਿ ਇਹ ਝੂਠ ਦਿਸਦੀ ਹੈ ਸਾਹਮਣੇ। ਤੇਰਾ ਆਲਸ ਕਹਾਂ ਗਿਓਰੀ। ਉਹ ਆਲਸ ਕਿੱਧਰ ਗਿਆ ਜਿਹੜਾ ਬਿਸਤਰੇ ਤੋਂ ਉੱਠਣ ਨਹੀਂ ਸੀ ਦਿੰਦਾ। ਧਰਮ ਦੇ ਪਾਸੇ ਬੜਾ ਆਲਸ ਸੀ, ਇਸ ਪਾਸੇ ਕਦਮ ਪੁੱਟਣ ਦਾ ਦਿਲ ਨਹੀਂ ਸੀ ਕਰਦਾ। ਉਹ ਸਾਰਾ ਆਲਸ ਦੂਰ ਹੋ ਗਿਆ। ਹੁਣ ਬੜੇ ਚਾਈ ਧਰਮੀ ਜ਼ਿੰਦਗੀ ਜਿਉਣ ਦਾ ਜੀ ਕਰਦਾ ਹੈ। ਕਾਮ ਕ੍ਰੋਧ ਹੰਕਾਰ ਗਾਖਰੂ ਸੰਜਮ ਕੌਣ ਛੁਟੀ ਹੋ ਰਹੀ। ਉਹ ਕਾਮ ਕ੍ਰੋਧ ਹੰਕਾਰ ਆਦਿ ਜਿਹੜੇ ਮੈਨੂੰ ਘੇਰੇ ਰੱਖਦੇ ਸਨ, ਇਹ ਵਿਕਾਰ, ਉਹ ਜਿਹੜੇ ਬੜੇ ਔਖੇ ਸਨ, ਗਾਖਰੂ ਸੰਜਮ ਕੌਣ ਛੁਟੀ ਹੋ ਰਹੀ। ਕਿਹੜਾ ਸੰਜਮ ਮੇਰੇ ਹੱਥ ਆਇਆ ਕਿ ਇਹ ਸਾਰੇ ਮੇਰੇ ਅੰਦਰੋਂ ਕਿਵੇਂ ਛੁੱਟ ਗਏ, ਇਹਨਾਂ ਦੇ ਪ੍ਰਭਾਵ ਤੋਂ ਮੈਂ ਕਿਵੇਂ ਮੁਕਤ ਹੋ ਗਿਆ। ਸੁਰ ਨਰ ਦੇਵ ਅਸੁਰ ਤ੍ਰੈ ਗੁਣੀਆਂ ਸਗਲੋਂ ਪਵਨ ਲੁੱਟੀ ਹੋ ਰਹੀ। ਭਾਵ ਦੇਵੀ ਦੇਵਤੇ ਆਦਿ ਰਾਖਸ਼ ਆਦਿ ਜਿਨ੍ਹਾਂ ਨੂੰ ਇਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਗਰਸਿਆ ਹੋਇਆ ਸੀ, ਉਸ ਮੋਹ ਮਾਲ ਤੋਂ ਮੈਂ ਛੁੱਟਿਆ ਗਿਆ। ਜਿਨ੍ਹਾਂ ਨੇ ਇਹ ਸਾਰਾ ਤਰਫ ਭਵਨ ਲੁੱਟਿਆ, ਜਿਨ੍ਹਾਂ ਵਿਕਾਰਾਂ ਨੇ, ਉਹਦੇ ਕੋਲੋਂ ਮੈਂ ਛੁੱਟ ਗਿਆ। ਇਹ ਤਬਦੀਲੀ ਆਉਂਦੀ ਹੈ ਜੀਵਨ ਦੇ ਵਿੱਚ। ਦਾਵਾ ਅਗੁਣ ਬੋਧ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਿਓ ਰੇ। ਜਿਸ ਤਰ੍ਹਾਂ ਜੰਗਲ ਦੀ ਅੱਗ ਜਦੋਂ ਲੱਗਦੀ ਹੈ ਤੇ ਕੋਈ ਵਿਰਲੇ ਹਰੇ ਬੂਟੇ ਜਿਨ੍ਹਾਂ 'ਚ ਬਹੁਤ ਜ਼ਿਆਦਾ ਨਮੀ ਤਰਾਵਤ ਹੁੰਦੀ ਉਹ ਬਚਦੇ ਨੇ, ਸੁੱਕੇ ਤੇ ਸਾਰੇ ਸੜ ਡਿੱਗ ਜਾਂਦੇ ਨੇ। ਇਸ ਤਰ੍ਹਾਂ ਹੀ ਇਸ ਸੰਸਾਰ ਦੇ ਵਿੱਚ ਆ ਕੇ ਨਾਮ ਦੀ ਤਰਾਵਤ ਐਸੀ ਅੰਦਰ ਆਉਂਦੀ ਹੈ ਕਿ ਇਹ ਮੋਹ ਮਾਇਆ ਦੇ ਜਿਹੜੇ ਅਗਨ ਹੈ, ਇਹਦੇ ਵਿੱਚ ਇਨਸਾਨ ਦਾ ਆਤਮਿਕ ਜੀਵਨ ਜਲਦਾ ਨਹੀਂ, ਸੜਦਾ ਪੁੱਜਦਾ ਨਹੀਂ। ਐਸੋ ਸਮਰੱਥ ਵਰ ਨਾ ਸਾਕੂ। ਉਹ ਪਰਮਾਤਮਾ ਇਤਨਾ ਸਮਰੱਥ ਦਾ ਮਾਲਕ ਹੈ, ਵਰਣਨ ਨਹੀਂ ਕੀਤੀ ਜਾ ਸਕਦੀ ਉਹਦੀ ਸ਼ਕਤੀ। ਤਾਂ ਕਿ ਉਪਮਾ ਜਾਤ ਨਾ ਕਿਉ ਰੇ। ਉਹਦੀ ਉਪਮਾ ਕਹੀ ਨਹੀਂ ਜਾ ਸਕਦੀ, ਉਹਦੇ ਬਰਾਬਰ ਤਾਂ ਹੈ ਹੀ ਕੋਈ ਨਹੀਂ। ਮੈਂ ਕੀ ਦ੍ਰਿਸ਼ਟਾਂਤ ਦੇ ਕੇ ਦੱਸਾਂ ਕਿ ਉਹਦੇ ਮਿਲਾਪ, ਉਹਦੇ ਪਿਆਰ ਵਿੱਚ ਕਿਹੋ ਜਿਹਾ ਸੁੱਖ ਹੈ। ਇੱਕ ਹੋਰ ਕਿਤੇ ਕਿਸੇ ਨੂੰ ਸੁੱਖ ਕੋਈ ਹੋਰ ਮਿਲਿਆ ਹੋਵੇ ਤੇ ਮੈਂ ਉਹਦੀ ਉਪਮਾ ਦਿਆਂ, ਨਹੀਂ, ਉਹਦੀ ਕੋਈ ਉਪਮਾ ਨਹੀਂ ਕੀਤੀ ਜਾ ਸਕਦੀ, ਉਹਦੇ ਬਰਾਬਰ ਦਾ ਹੈ ਹੀ ਕੋਈ ਨਹੀਂ। ਕਾਦਰ ਕੋਟ ਮੈਂ ਭੇਈ ਨਾ ਕਾਰੀ ਨਿਰਮਲ ਬਰਨ ਬਣੇ ਹੋ ਰਹੇ। ਇਹ ਸੰਸਾਰ ਜਿਹੜੀ ਇੱਕ ਕਜੜੇ ਦੀ ਕੋਠੀ ਸੀ, ਕੋਇਲੇ ਦੀ ਕਾਲਖ ਭਰੀ ਦੁਨੀਆ ਸੀ, ਵਿਕਾਰਾਂ ਵਿੱਚ, ਜਿਹਦੇ ਵਿੱਚ ਗਰਸ ਜਾਣਾ ਬੜੇ ਸਹਿਜ ਸੁਭਾਈ ਇਨਸਾਨ ਫਸ ਜਾਂਦਾ, ਜਿਹਦੇ ਵਿੱਚ ਮੈਂ ਇਸ ਸੰਸਾਰ ਰੂਪੀ ਮੋਹ ਮਾਇਆ ਦੀ ਕਾਲੀ ਕੋਠੀ ਵਿੱਚ ਕਾਲੀ ਨਹੀਂ ਪਈ। ਵਿਕਾਰਾਂ ਦੀ ਮੈਲ ਮੈਨੂੰ ਨਹੀਂ ਲੱਗੀ। ਨਿਰਮਲ ਬਰਨ ਬਣੇ ਹੋ ਰਹੇ। ਆਤਮਿਕ ਜੀਵਨ ਦਾ ਬੜਾ ਨਿਰਮਲ ਰੰਗ ਹੋ ਗਿਆ। ਗੂੜੇ ਰਾਮ ਨਾਮ ਦਾ ਰੰਗ ਚੜ੍ਹਨ ਦੇ ਕਾਰਨ ਆਤਮਾ ਪਵਿੱਤਰ ਹੋ ਗਈ, ਮਨ ਪਵਿੱਤਰ ਹੋ ਗਿਆ। ਮਹਾਮੰਤਰ ਗੁਰ ਹਿਰਦਾ ਵਸਿਓ ਅਚਰਜ ਨਾਮ ਸੁਣਿਓ ਰੀ। ਉਹ ਹੈਰਾਨ ਕਰਨ ਵਾਲਾ, ਵਿਸਮਾਦ ਅਵਸਥਾ ਬਖਸ਼ਣ ਵਾਲਾ ਜਿਹੜਾ ਪ੍ਰਭੂ ਦਾ ਨਾਮ ਸੀ, ਉਹ ਜਦੋਂ ਮੈਂ ਸੁਣ ਲਿਆ, ਇਹ ਮਹਾਮੰਤਰ ਗੁਰ ਹਿਰਦਾ ਵਸਿਓ। ਗੁਰੂ ਦਾ ਮਹਾਮੰਤਰ, ਗੁਰੂ ਦਾ ਮਹਾਨ ਗਿਆਨ ਹਿਰਦੇ 'ਚ ਐਸਾ ਵਸਿਆ ਕਿ ਉਹ ਪਰਮਾਤਮਾ ਨਾਮ ਜੋ ਵਿਸਮਾਦ ਅਵਸਥਾ ਪੈਦਾ ਕਰਦਾ, ਉਹ ਮੈਂ ਸੁਣ ਲਿਆ। ਕਰ ਕਿਰਪਾ ਪ੍ਰਭ ਨਦਰ ਅਵਲੋਕਨ ਆਪਣੇ ਚਰਨ ਲਗਾਈ। ਪਰਮਾਤਮਾ ਨੇ ਕਿਰਪਾ ਕਰਕੇ ਮੇਰੇ ਤੇ ਮਿਹਰ ਦੀ ਨਜ਼ਰ ਕਰਕੇ ਮੈਨੂੰ ਆਪਣੇ ਚਰਨਾਂ ਨਾਲ ਜੋੜਿਆ। ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ। ਇਸ ਪ੍ਰੇਮਾ ਭਗਤੀ ਵਿੱਚ ਨਾਨਕ ਸੁਖ ਪਾਇਆ। ਨਾਨਕ ਨੇ ਸੱਚਾ ਸੁਖ ਪ੍ਰਾਪਤ ਕਰ ਰਿਹਾ, ਜਿਹੜਾ ਕਿ ਸੰਸਾਰੀ ਪਦਾਰਥਾਂ ਤੋਂ ਸੱਚਾ ਸੁਖ ਨਹੀਂ ਮਿਲ ਸਕਦਾ। ਸਾਧੂ ਸੰਗ ਸਮਾਈ। ਗੁਰੂ ਦੀ ਕਿਰਪਾ ਨਾਲ ਮੇਰੀ ਇਸ ਪਰਮਾਤਮਾ ਦੀ ਸਮਾਈ ਹੋ ਗਈ, ਇਹਦੇ ਵਿੱਚ ਮੈਂ ਸਮਾ ਗਿਆ। ਦੂਜੇ ਪਾਸੇ ਦੁੱਖ ਕਣੋ ਜਬ ਹੋਤੇ ਦੂਰ ਸਾਂ ਤੇ ਦੁੱਖ ਸੀ, ਅਸੀਂ ਉੱਥੇ ਉਹ ਵਿਚਾਰ। ਤੋ ਇੱਕ ਗੁਰਮਤਿ ਵਿੱਚ ਇਹ ਨਹੀਂ ਹੈ ਕਿ ਬਸ ਨਾਮ ਜਪੀ ਜਾਓ, ਮੱਥੇ ਟੇਕੀ ਜਾਓ, ਪਾਠ ਕਰੀ ਜਾਓ ਅਤੇ ਜੀਵਨ ਦੀ ਤਬਦੀਲੀ ਦਾ ਕੋਈ ਪਤਾ ਹੀ ਨਹੀਂ। ਜੀਵਨ ਦਾ ਮਿਆਰ ਉੱਥੇ ਦਾ ਉੱਥੇ ਹੀ ਹੋਵੇ। ਆਤਮਿਕ ਅਵਸਥਾ ਗਿਰੀ ਰਵੇ, ਮਨ ਦੀ ਸੋਚ ਗਿਰੀ ਰਵੇ, ਵਿਕਾਰਾਂ ਵਿੱਚ ਗਰਸੀ ਰਵੇ। ਹੋਮੇ ਵਿੱਚ ਗਰਸੇ ਹੋਏ ਹਾਂ, ਪਾਠ ਕਰੀ ਜਾ ਰਹੇ ਹਾਂ, ਗੁਰਦੁਆਰੇ ਵੀ ਜਾ ਰਹੇ ਹਾਂ, ਦਾਨ ਪੁੰਨ ਵੀ ਕਰੀ ਜਾ ਰਹੇ ਹਾਂ, ਪਾਠ ਵੀ ਰਖਾਈ ਜਾ ਰਹੇ ਹਾਂ। ਐਸਾ ਨਹੀਂ ਹੈ। ਇਹਦੀ ਜੀਵਨ ਤਬਦੀਲੀ ਆਉਣੀ ਚਾਹੀਦੀ ਹੈ। ਉਹ ਤਾਂ ਹੀ ਆਉਂਦੀ ਹੈ ਜੇ ਗੁਰੂ ਦੀ ਬਾਣੀ ਨੂੰ ਅਰਥਾਂ ਵਿੱਚ ਸਹਿਤ ਸਮਝਿਆ ਜਾਏ, ਸਮਝ ਕੇ ਉਹਦੇ ਅਨੁਸਾਰ ਗੁਰਸਿੱਖੀ ਜੀਵਨ ਗੁਜ਼ਾਰਿਆ ਜਾਏ। ਫਿਰ ਤੋ ਇਹ ਪਰਮਾਤਮਾ ਦਾ ਦਰਸ਼ਨ ਦੀ ਇਹੀ ਅਵਸਥਾ ਦੀ ਤਬਦੀਲੀ ਹੈ। ਉਹਨੂੰ ਅਹਿਸਾਸ ਵਿੱਚ ਆਉਂਦਾ ਹੈ, ਉਹ ਇਨਸਾਨ ਦੇ ਤਸੱਵੁਰ ਵਿੱਚ ਆਉਂਦਾ ਹੈ। ਉਹਦੀ ਹੋਂਦ ਜਿਹੜੀ ਹੈ ਉਹ ਮਹਿਸੂਸ ਕਰਦਾ ਹੈ ਇਨਸਾਨ। ਉਸ ਹੋਂਦ ਦੀ ਹਾਜ਼ਰੀ ਵਿੱਚ ਉਹਦੀ ਪਹਿ ਭਾਵਨੀ ਵਿੱਚ ਜੀਵਨ ਜਿਉਂਦਾ ਹੈ, ਉਹਦੀ ਰਜ਼ਾ ਵਿੱਚ ਜੀਵਨ ਜਿਉਂਦਾ ਹੈ। ਇਹ ਤਬਦੀਲੀ ਹੈ। ਐਸਾ ਨਹੀਂ ਹੈ ਕਿ ਪਰਮਾਤਮਾ ਦੇ ਦਰਸ਼ਨ, ਜੇ ਗੁਰੂ ਦੇ ਦਰਸ਼ਨ ਕੋਈ ਇਸ ਤਰ੍ਹਾਂ ਇੱਕ ਵਿਅਕਤੀਗਤ ਇਨਸਾਨੀ ਸਰੀਰ ਦੀ ਤਰ੍ਹਾਂ ਆ ਕੇ ਦਰਸ਼ਨ ਹੁੰਦੇ ਹਨ, ਜਿਸ ਤਰ੍ਹਾਂ ਹੋਰ ਬਹੁਤ ਸਾਰੇ ਅਨਮਤਾਂ ਵਿੱਚ ਜੀ ਫਲਾਣੀ ਭਗਤੀ ਕੀਤੀ, ਫਲਾਣਾ ਤਪ ਕੀਤਾ, ਫਲਾਣਾ ਰੂਪ ਹੀ ਜਾ ਕੇ ਪਰਮਾਤਮਾ ਪ੍ਰਗਟ ਹੋਇਆ। ਗੁਰਮਤਿ ਦਾ ਇਹ ਸਿਧਾਂਤ ਨਹੀਂ ਹੈ। ਪਰਮਾਤਮਾ ਇਵੇਂ ਆ ਕੇ ਸਾਹਮਣੇ ਖੜਾ ਕੋਈ ਗੱਲਾਂ ਨਹੀਂ ਕਰਦਾ, ਜਾਂ ਉਹਦਾ ਕੋਈ ਆਫਿਸ ਦਫ਼ਤਰ ਨਹੀਂ ਹੈ
ਜਿੱਥੇ ਉਹ ਸਾਨੂੰ ਲੈ ਜਾਂਦਾ ਉੱਥੇ ਜਾ ਕੇ ਖੜੇ ਕਰਕੇ ਸਾਨੂੰ ਮਾਰਖਾਂ ਦਿੰਦੇ ਵੀ ਤੂੰ ਬੜੇ ਚੰਗਾ ਜੀਵਨ ਕਮਾ ਕੇ ਦੱਸ ਮੰਗ ਬਈ ਕੀ ਚਾਹੀਦਾ ਜੀ। ਇਹ ਅਨੁਮਤੀ ਵਿਚਾਰ ਉਸਦੇ ਨੇ, ਗੁਰਮਤਿ ਦੇ ਵਿਚਾਰ ਨੇ। ਗੁਰਮਤਿ ਅਨੁਸਾਰ ਪਰਮਾਤਮਾ ਦਾ ਅਣੂ ਆਪਣੇ ਅੰਦਰੋਂ ਹੀ ਮਹਿਸੂਸ ਕਰਨਾ ਹੈ, ਔਰ ਮਹਿਸੂਸ ਕੀਤੇ ਜੀਵਨ ਵਿੱਚ ਇੱਕ ਤਬਦੀਲੀ ਆਉਂਦੀ ਹੈ। ਗੁਰੂ ਵੀ ਸਤਿਗੁਰੂ ਕੀ ਹੈ? ਸਤਿਗੁਰੂ ਬਾਣੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਬਹੁਤ ਸਾਰੇ ਲੋਕ ਇਸ ਕਿਸਮ ਦੀਆਂ ਬੇਹੂਦੀਆਂ ਗੱਲਾਂ ਵੀ ਕਰਦੇ ਸੁਣੇ ਜਾਂਦੇ ਨੇ। ਮੈਨੂੰ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਾਖਿਆਤ ਦਰਸ਼ਨ ਹੋ ਗਏ ਜੀ, ਮੈਨੂੰ ਜੀ ਫਲਾਣੇ ਗੁਰੂ ਦੇ ਦਰਸ਼ਨ ਹੋ ਗਏ ਜੀ। ਉਹ ਭਾਈ ਤੁਹਾਨੂੰ ਕਿਸੇ ਨਾਲ ਦਰਸ਼ਨ ਹੋ ਗਏ? ਇਹ ਗੱਲ ਕਹਿਣੀ ਕਿਆ ਉਸ ਗੁਰੂ ਰੂਪਾਂ ਦੀ ਬੇਅਦਬੀ ਕਰਨਾ ਨਹੀਂ ਹੈ? ਜਿਨ੍ਹਾਂ ਗੁਰੂਆਂ ਲਈ ਅਸੀਂ ਕਹਿੰਦੇ ਹਾਂ ਜੋਤੀ ਜੋਤ ਸਮਾ ਗਏ, ਭਾਵ ਜਿਵੇਂ ਨਦੀਆਂ ਤਵਾ ਭਾਵੇਂ ਸਮੁੰਦਰ ਨਾ ਜਾਣੀਏ, ਜਿਵੇਂ ਨਦੀਆਂ ਨਾਲੇ ਸਮੁੰਦਰ 'ਚ ਪੈਂਦੇ ਨੇ, ਫਿਰ ਉਹ ਵੱਖਰੇ ਨਹੀਂ ਪਛਾਣ ਰਹਿ ਜਾਂਦੀ ਉਹਨਾਂ ਦੀ। ਕੋਈ ਵੀ ਜੇਲਮ ਸੀ ਕਿ ਚਨਾਬ, ਉੱਥੇ ਜਾ ਕੇ ਸਾਗਰ ਹੀ ਬਣ ਜਾਂਦੇ ਨੇ। ਹੁਣ ਸਾਗਰ ਵਿੱਚੋਂ ਤੁਸੀਂ ਦਰਿਆ, ਸਮੁੰਦਰ ਵਿੱਚੋਂ ਤੁਸੀਂ ਦਰਿਆ ਜੇਲਮ ਜਾਂ ਚਨਾਬ ਜਾਂ ਰਾਵੀ ਕਿਵੇਂ ਵੇਖੋਗੇ? ਉਹ ਤਾਂ ਸਾਗਰ ਹੀ ਆ ਹੁਣ। ਅਤੇ ਜਿਹੜੀ ਹਸਤੀ ਜੋਤੀ ਜੋਤ ਸਮਾ ਗਈ, ਜਿਨ੍ਹਾਂ ਦਾ ਸਰੀਰ ਅਤੇ ਸੰਸਾਰ ਵਿੱਚ ਉਹਦਾ ਡਿਸਪੋਜ਼ਲ ਹੋ ਗਿਆ, ਸਰੀਰ ਨੂੰ ਬਿਲੇ ਲਾ ਲਿਆ ਗਿਆ, ਔਰ ਆਤਮਿਕ ਜਿਹੜਾ ਸੀ ਅਵਸਥਾ, ਜਿਹੜੀ ਆਤਮਿਕ ਜੋਤ ਸੀ, ਉਹ ਪਰਮਾਤਮਾ ਦੀ ਜੋਤ ਲੀਨ ਹੋ ਗਈ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ, ਜੋ ਪ੍ਰਭੂ ਰੂਪ ਹੋ ਗਏ। ਹੁਣ ਤੁਹਾਨੂੰ ਮੁੜ ਕੇ ਆ ਕੇ ਕਿਵੇਂ ਦਰਸ਼ਨ ਦੇਣਗੇ ਜੀ? ਦਰਸ਼ਨ ਤਾਂ ਸਰੀਰਾਂ ਦੇ ਹੁੰਦੇ ਨੇ, ਅਤੇ ਜੇ ਮੁੜ ਸਰੀਰ 'ਚ ਆਏ, ਇਹ ਤਾਂ ਭੂਤਾਂ ਦਾ ਕੰਮ ਹੈ ਕਿ ਮਰਨ ਤੋਂ ਬਾਅਦ ਵੀ ਉਹ ਦਿਸੀ ਜਾਣ ਕਿਸੇ ਨਾ ਕਿਸੇ ਰੂਪ ਵਿੱਚ। ਤੋ ਗੁਰੂ ਸਾਹਿਬ ਦਾ ਦਰਸ਼ਨ ਗੁਰੂ ਦੀ ਬਾਣੀ ਹੈ। ਬਾਣੀ ਨੂੰ ਪੜ੍ਹਨਾ, ਵਿਚਾਰਨਾ, ਉਹਦੇ ਵਿੱਚੋਂ ਗਿਆਨ ਅਗਰ ਮਨ ਵਿੱਚ ਵਸ ਜਾਏ ਤਾਂ ਇਹ ਗੁਰੂ ਰੂਪ ਦਰਸ਼ਨ ਹਨ। ਜਾਂ ਸਾਧ ਸੰਗਤ ਦੇ ਦਰਸ਼ਨ ਕਰਨੇ, ਇਹ ਗੁਰੂ ਦੇ ਦਰਸ਼ਨ ਹਨ। ਸਰੀਰਕ ਰੂਪ 'ਤੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ, ਉਹ ਬਾਜਾਂ ਕਲਗੀਆਂ ਵਾਲਾ ਰੂਪ, ਇਹ ਗੁਰਮਤਿ ਸਿਧਾਂਤ ਨਹੀਂ ਹੈ। ਔਰ ਐਸੀਆਂ ਗੱਲਾਂ ਕਰਨ ਵਾਲੇ ਗੁਰੂ ਸਾਹਿਬ ਦੀ ਬੇਅਦਬੀ ਕਰਦੇ ਨੇ, ਕੋਈ ਸਤਿਕਾਰ ਨਹੀਂ ਕਰਦੇ। ਉਹ ਉਹਨਾਂ ਨੂੰ ਮੁੜ ਕੇ ਜੂਨਾ ਵੀ ਸ਼ੋਅ ਕਰਦੇ ਨੇ। ਉਹਨਾਂ ਦੇ ਖਿਆਲ ਵਿੱਚ ਅਜੇ ਵੀ ਸਰੀਰ ਧਾਰ ਕੇ ਉਹ ਮਤਲਬ ਆ ਕੇ ਵਿਚਰ ਸਕਦੇ ਨੇ ਇਸ ਸੰਸਾਰ ਦੇ ਵਿੱਚ। ਐਸਾ ਨਹੀਂ ਹੈ। ਗੁਰੂ ਵਿਚਰ ਰਿਹਾ ਸੰਸਾਰ ਵਿੱਚ, ਹਰ ਪਾਸੇ ਗੁਰੂ ਦੀ ਬਾਣੀ ਸਤਿਕਾਰ ਦੇ ਕੇ ਸਾਨੂੰ ਜੀਵਨ ਦਾ ਮਾਰਗਦਰਸ਼ਨ ਕਰਦੀ ਹੈ, ਲੇਕਿਨ ਬਾਣੀ ਰੂਪ ਵਿੱਚ, ਸਰੀਰ ਰੂਪ ਵਿੱਚ ਨਹੀਂ। ਸਰੀਰ ਰੂਪ ਅਗਰ ਗੁਰੂ ਦਾ ਦਰਸ਼ਨ ਹੈ ਤਾਂ ਉਹ ਖਾਲਸਾ ਪੰਥ ਦਾ ਦਰਸ਼ਨ, ਸਾਧ ਸੰਗਤ ਦਾ ਦਰਸ਼ਨ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਦਾ ਦਰਸ਼ਨ, ਇਹ ਹੈ ਸੱਚਾ ਦਰਸ਼ਨ। ਤੋ ਐਸੀਆਂ ਅਣਹੋਣੀਆਂ ਗੱਲਾਂ ਕਰਕੇ ਜਿਨ੍ਹਾਂ ਗੁਰੂਆਂ ਲਈ ਇਹ ਕਹੀਏ ਕਿ ਜੋਤੀ ਜੋਤ ਸਮਾ ਗਏ, ਫਿਰ ਉਹਨਾਂ ਲਈ ਕਹੀਏ ਕਿ ਉਹ ਮੈਨੂੰ ਆ ਕੇ ਦਰਸ਼ਨ ਦਿੱਤੇ, ਇਹ ਸਭ ਝੂਠੀਆਂ ਗੱਲਾਂ ਨੇ। ਉਹ ਜਿਹੇ ਗੱਲਾਂ ਕਰਨ ਵਾਲਿਆਂ ਦੋ ਚਾਰ ਨਾਲ ਮੇਰਾ ਜਿਹਦੇ ਨਾਲ ਵਾਸਤਾ ਪਿਆ। ਜਦੋਂ ਉਹਨਾਂ ਨੂੰ ਮੈਂ ਸਵਾਲ ਜਵਾਬ ਕੀਤੇ ਵੀ ਦਰਸ਼ਨ ਕਿਵੇਂ ਜਿਹੇ ਹੋ ਗਏ, ਤੁਸੀਂ ਪਛਾਣੇ ਕਿਸ ਤਰ੍ਹਾਂ ਬਈ? ਉਹ ਤੁਹਾਡੇ ਕਲਾਸ ਵਾਲੇ ਉਹਦੇ ਦੱਸਣਗੇ ਤੁਸੀਂ ਉਹਨਾਂ ਦੀ ਸ਼ਕਲ ਸੂਰਤ ਜਾਣਦੇ ਸੋ, ਪਛਾਣਦੇ ਸੋ ਅੱਜ ਦੇ ਯੁੱਗ ਵਿੱਚ। ਮਤਲਬ ਫਿਰ ਉਹ ਲਾਸਟ ਫਿਰ ਚਿੱਥੇ ਪੈ ਗਏ, ਢੀਠ ਹੋ ਗਏ। ਤੋ ਐਸੀਆਂ ਗੱਲਾਂ ਕਰਨੀਆਂ ਆਪਣੀ ਮਾਨਤਾ ਦੱਸਣ ਵਾਸਤੇ ਵੀ ਮੈਂ ਬੜਾ ਪੁੱਜਿਆ ਹੋਇਆ, ਮੈਨੂੰ ਦਰਸ਼ਨ ਹੋ ਗਏ, ਇਹੋ ਜਿਹੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਉਹ ਅਕਾਲ ਪੁਰਖ ਵਾਹਿਗੁਰੂ ਜਾਂ ਸਤਿਗੁਰੂ ਦਾ ਜਿਹੜਾ ਰੂਪ ਹੈ ਉਹ ਬਾਣੀ ਰੂਪ ਹੈ, ਅਤੇ ਗੁਰੂ ਦਾ ਬਾਣੀ ਰੂਪ ਹਿਰਦੇ ਵਿੱਚ ਵਸਾਈਏ, ਅਤੇ ਅਕਾਲ ਪੁਰਖ ਵਾਹਿਗੁਰੂ ਦਾ ਨਿਰੰਕਾਰ ਰੂਪ ਹਿਰਦੇ ਵਸਾਈਏ। ਆਕਾਰ ਰੂਪ ਨਹੀਂ, ਇਹ ਦਿਸਦਾ ਆਕਾਰ ਸਰਗੁਣ ਰੂਪੀ ਸਾਰਾ ਪਰਮਾਤਮਾ ਦੇ ਰੂਪ ਹੈ। ਇਹ ਵਿਸ਼ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਰੂਪ ਨਜ਼ਰ ਨਹੀਂ ਆਇਆ, ਲੇਕਿਨ ਇਹਦੇ ਵਿੱਚ ਸੁਰਤੀ ਨਹੀਂ ਜੋੜਨੀ, ਕਿਉਂਕਿ ਇਹ ਬਿਨਸਨਹਾਰ ਹੈ। ਪ੍ਰਭੂ ਦਾ ਜੋ ਨਿਰੰਕਾਰ ਰੂਪ ਹੈ ਉਹ ਹੈ ਆਨੰਦ ਬਨੋਦੀ ਖਸਮ ਹਮਾਰਾ। ਉਸ ਨਿਰੰਕਾਰ ਦੀ ਸੁਰਤੀ ਜੋੜ ਕੇ ਅਸੀਂ ਨਿਰੰਕਾਰ ਹੋ ਸਕਦੇ ਹਾਂ। ਜਿਤਨੀ ਦੇਰ ਅਸੀਂ ਸਰਗੁਣ ਵੀ ਸਾਡੀ ਸੁਰਤੀ ਹੈ, ਚਾਹੇ ਉਹ ਸਰੀਰ ਆਪਣਾ ਹੈ, ਚਾਹੇ ਬੇਗਾਨੇ ਨੇ, ਚਾਹੇ ਸੰਸਾਰ ਦੇ ਪਦਾਰਥ ਨੇ, ਸੁਰਤੀ ਜਿਤਨੀ ਦੇਰੀ ਸਰਗੁਣ ਰੂਪ ਵਿੱਚ ਹੈ, ਇਤਨੀ ਦੇਰ ਅਸੀਂ ਉਹ ਆਨੰਦ ਬਨੋਦੀ ਖਸਮ ਹਮਾਰਾ ਦੀ ਪ੍ਰਾਪਤੀ ਦੇ ਲਕਸ਼ ਤੱਕ ਨਹੀਂ ਪਹੁੰਚ ਸਕਦੇ। ਉਹਦੇ ਲਈ ਉਹਦੇ ਨਿਰੰਕਾਰ ਰੂਪ ਦਾ ਸਿਮਰਨ ਕਰਨਾ ਹੀ ਜ਼ਰੂਰੀ ਹੈ। ਉਹਨਾਂ ਦਾ ਗੁਣਾਤਮਕ ਜਿਹੜਾ ਰੂਪ ਹੈ ਪਰਮਾਤਮਾ ਦਾ, ਉਹਦੇ ਵੀ ਸੁਰਤੀ ਟਿਕਾ ਕੇ ਆਪਣੇ ਆਪ ਨੂੰ ਵੀ ਆਪਣਾ ਆਪਾ ਨਿਰੰਕਾਰ ਸਮਝਣਾ। ਸਰੀਰ ਆਪਣਾ ਆਪਾ ਨਾ ਸਮਝਣਾ, ਸਰੀਰ 'ਚ ਬੈਠੀ ਰੱਬੀ ਜੋਤ ਨੂੰ ਆਪਾਂ ਆਪਾ ਸਮਝਣਾ ਹੀ ਸਹੀ ਜੀਵਨ ਦਾ ਲਕਸ਼ ਹੈ। ਕਿਉਂਕਿ ਸਰੀਰ ਨੇ ਬਿਨਸ ਜਾਣਾ, ਸਰੀਰ 'ਤੇ ਕੇਵਲ ਚੋਲਾ ਹੈ, ਇਹ ਕੱਪੜ ਰੂਪ ਸੁਹਾਵਣਾ, ਛੜ ਦੁਨੀਆ ਅੰਦਰ ਜਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।